ਸਤਨਾਮ ਵਾਹਿਗੁਰੂ ਸਾਹਿਬ ਜੀ। ਆਵੋ ਸੰਤ ਪਿਆਰਿਓ, ਅਕਥ ਕੀ ਕਰੇ ਕਹਾਣੀ, ਕਰੇ ਕਹਾਣੀ ਅਕਥ ਕੇਰੀ। ਕਿਤ ਦਵਾਰੇ ਪਾਈਐ, ਤਨ ਮਨ ਧਨ ਸਭ ਸੌਂਪ ਗੁਰ ਕੋ। ਹੁਕਮ ਮੰਨਿਐ ਪਾਈਐ, ਹੁਕਮ ਮੰਨਿਐ ਗੁਰੂ ਕੇਰਾ। ਗਾਹੋ ਸੱਚੀ ਬਾਣੀ, ਕਹਿ ਨਾਨਕ ਸੁਣੋ ਸੰਤੋ। ਕਥਿਓ ਅਕਥ ਕਹਾਣੀ, ਸਤਨਾਮ ਵਾਹਿਗੁਰੂ ਸਾਹਿਬ ਜੀ। ਵਡਹੰਸ ਮਹਿਲਾ ਤੀਜਾ, ਗੁਰਮੁਖ ਸੱਚ ਸੰਜਮ ਤਤ ਗਿਆਨ। ਗੁਰਮੁਖ ਸਾਚੇ ਲੱਗੈ ਧਿਆਨ। ਗੁਰਮੁਖ ਸੱਚ ਸੰਜਮ ਤਤ ਗਿਆਨ। ਗੁਰਮੁਖ ਸਾਚੇ ਲੱਗੈ ਧਿਆਨ। ਗੁਰਮੁਖ ਮਨ ਮੇਰੇ ਨਾਮ ਸੁਮਹਾਲ। ਸਦਾ ਨਿਭੈ ਚੱਲੈ ਤੇਰੇ ਨਾਲ। ਰਹਾਉ ਗੁਰਮੁਖ ਜਾਤ ਪਤ ਸੱਚ ਸੋਏ। ਗੁਰਮੁਖ ਅੰਤਰ ਸਖਾਈ ਪ੍ਰਭ ਹੋਏ। ਗੁਰਮੁਖ ਜਿਸਨੂੰ ਆਪ ਕਰੇ ਸੋ ਹੋਏ। ਗੁਰਮੁਖ ਆਪ ਵਡਾਈ ਦੇਵੈ ਸੋਏ। ਗੁਰਮੁਖ ਸ਼ਬਦ ਸੱਚ ਕਰਨੀ ਸਾਰ। ਗੁਰਮੁਖ ਨਾਨਕ ਪਰਵਾਰੈ ਸਾਧਾਰ। ਗੁਰਮੁਖ ਸ਼ਬਦ ਸੱਚ ਕਰਨੀ ਸਾਰ। ਗੁਰਮੁਖ ਨਾਨਕ ਪਰਵਾਰੈ ਸਾਧਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਵਾਹਿਗੁਰੂ ਜੀ। ਦਰਸ਼ਨ ਪਿਆਸੀ ਦਿਨ ਸਰਾਤ, ਚੇਤਵੋਂ ਅਨ ਦਿਨ ਨੀਤ। ਖੋਲ ਕਪਟ ਗੁਰ ਮੇਲੀਆ, ਨਾਨਕ ਹਰ ਸੰਗ ਮੀਤ। ਤੂੰ ਚੋ ਸੱਜਣ ਮੈਂਡਿਆ,
ਨੈਣ ਮਹਿੰਜੇ ਤਰਸਦੇ ਕਾਦ ਕਾਦ ਪਸੀ ਦੀਦਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਦੀਨ ਦੁਨੀ ਦੇ ਮਾਲਕ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਤਿਨਾਂ ਦੇ ਪਾਵਨ ਦਰਬਾਰ ਵਿੱਚ ਸੱਜ ਬੈਠੇ ਗੁਰੂ ਪਿਆਰੇ ਸਤ ਸੰਗੀ ਜਨੋ, ਅਕਾਲ ਪੁਰਖ ਵਾਹਿਗੁਰੂ ਜੀ ਨੇ ਅਪਾਰ ਬਖਸ਼ਿਸ਼ ਕਿਰਪਾ ਕੀਤੀ ਹੈ। ਸਤਿਗੁਰੂ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਨਾਲ ਆਪਣੀਆਂ ਮਨ ਬਿਰਤੀਆਂ ਦੀ ਸਾਂਝ ਪਵਾਉਣ ਦਾ ਇਹ ਯਤਨ, ਇਹ ਉਪਰਾਲਾ ਅਕਾਲ ਪੁਰਖ ਵਾਹਿਗੁਰੂ ਜੀ ਦੇ ਬਖਸ਼ਿਸ਼ ਕੀਤੇ ਹੋਏ ਉਦਮ ਦਾ ਸਦਕਾ, ਪ੍ਰੇਰਨਾ ਦਾ ਸਦਕਾ ਹੋ ਰਿਹਾ ਹੈ। ਸਤਿਕਾਰਯੋਗ ਭਾਈ ਸਾਹਿਬ ਜੀ ਨੇ ਤੀਸਰੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦਾ ਪਾਵਨ ਸ਼ਬਦ ਰਾਗ ਵਡਹੰਸ ਦੇ ਵਿੱਚੋਂ ਸਾਨੂੰ ਪੜ੍ਹ ਕੇ ਸੁਣਾਇਆ ਹੈ, ਜਿਸ ਦੇ ਰਹਾਉ ਵਾਲੇ ਬੰਦ ਦੇ ਬੋਲ ਇਸ ਤਰ੍ਹਾਂ ਹਨ। ਸਤਿਗੁਰੂ ਜੀ ਫਰਮਾਨ ਕਰਦੇ ਨੇ, ਗੁਰਮੁਖ ਮਨ ਮੇਰੇ ਨਾਮ ਸੰਭਾਲ, ਸਦਾ ਨਿਭੈ ਚੱਲੈ ਤੇਰੇ ਨਾਲ। ਗੁਰਮੁਖ ਦਾ ਭਾਵ ਹੈ ਗੁਰੂ ਦੀ ਸ਼ਰਨ ਪੈ ਕੇ, ਗੁਰੂ ਦੇ ਸਨਮੁਖ ਹੋ ਕੇ, ਗੁਰੂ ਵੱਲ ਆਪਣਾ ਧਿਆਨ ਕੇਂਦਰਿਤ ਕਰਕੇ, ਆਪਣੀ ਲਗਨ ਗੁਰੂ ਦੇ ਉਪਦੇਸ਼ ਨਾਲ ਜੋੜ ਕੇ, ਹੇ ਮੇਰੇ ਮਨਾ ਤੂੰ ਪ੍ਰਭੂ ਦੇ ਅਕਾਲ ਪੁਰਖ ਦੇ ਨਾਮ ਦੀ ਸੰਭਾਲ ਕਰ। ਨਾਮ ਨੂੰ ਇਕਾਗਰ ਚਿਤ, ਨਾਮ ਨੂੰ ਆਪਣੇ ਜੀਵਨ ਦਾ ਆਸਰਾ ਤੇ ਆਧਾਰ ਬਣਾ ਲੈ। ਪਰ ਇਹ ਤਾਂ ਸੰਭਵ ਹੈ ਜੇਕਰ ਤੂੰ ਗੁਰੂ ਦੇ ਸਨਮੁਖ ਹੋਵੇਗਾ, ਗੁਰੂ ਦੀ ਸ਼ਰਨ ਪੈ ਜਾਏਗਾ, ਗੁਰੂ ਨੂੰ ਸਮਰਪਿਤ ਹੋ ਜਾਏਗਾ। ਤੇਰੀ ਲਗਨ, ਤੇਰੀ ਸੁਰਤ ਸਤਿਗੁਰਾਂ ਦੇ ਉਪਦੇਸ਼ ਵੱਲ ਲੱਗ ਜਾਏਗੀ। ਇਹ ਨਾਮ ਦੀ ਦਾਤ ਤੂੰ ਤਾਂ ਸੰਭਾਲ ਸਕੇਗਾ, ਤਾਂ ਪ੍ਰਾਪਤ ਕਰ ਸਕੇਗਾ। ਅਗਲੇਰੀ ਪੰਕਤੀ ਵਿੱਚ ਮਹਾਰਾਜ ਕਹਿੰਦੇ ਨੇ, ਜੇ ਤੂੰ ਗੁਰੂ ਦੀ ਸ਼ਰਨ ਪੈ ਕੇ ਨਾਮ ਦੀ ਸੰਭਾਲ ਕਰ ਲਈ ਤਾਂ ਅਕਾਲ ਪੁਰਖ ਵਾਹਿਗੁਰੂ ਦਾ ਇਹ ਗੁਣਾ ਰੂਪੀ ਨਾਮ ਜਿਹੜਾ ਹੈ ਫਿਰ ਸਦਾ ਤੇਰੇ ਨਾਲ ਨਿਭਣ ਵਾਲਾ, ਤੇਰੇ ਨਾਲ ਚੱਲਣ ਵਾਲਾ ਹੋਏਗਾ। ਜੀਵਨ ਦੇ ਪੈਂਡੇ ਵਿੱਚ ਫਿਰ ਤੂੰ ਇਕੱਲਾ ਨਹੀਂ ਹੋਵੇਗਾ। ਐਸੀ ਬਖਸ਼ਿਸ਼, ਐਸੀ ਕਿਰਪਾ ਗੁਰੂ ਦੇ ਰਾਹੀਂ ਪ੍ਰਾਪਤ ਹੁੰਦੀ ਹੈ। ਸਤਿਗੁਰੂ ਜਦੋਂ ਬਾਣੀ ਦੇ ਵਿੱਚ ਫਰਮਾਨ ਕਰਦੇ ਨੇ, ਸਤਿਗੁਰ ਦਾਤਾ RAM ਨਾਮ ਕਾ, ਹੋਰ ਦਾਤਾ ਕੋਈ ਨਹੀਂ। ਜਦੋਂ ਹਜ਼ੂਰ ਪਾਵਨ ਬਾਣੀ ਦੇ ਵਿੱਚ ਆਖਦੇ ਨੇ, ਨਾਮ ਅਮੋਲਕ ਰਤਨ ਹੈ ਪੂਰੇ ਸਤਿਗੁਰ ਪਾਸ, ਸਤਿਗੁਰ ਸੇਵੈ ਲੱਗਿਆਂ ਕੱਢ ਰਤਨ ਦੇਵੈ ਪ੍ਰਗਾਸ਼। ਕਹਿਣ ਲੱਗੇ ਨਾਮ ਅਮੋਲਕ ਰਤਨ ਹੈ, ਬਹੁਤ ਕੀਮਤੀ ਦਾਤ ਹੈ, ਵੱਡ ਮੁੱਲੀ ਦਾਤ ਹੈ। ਹਜ਼ੂਰ ਕਹਿੰਦੇ ਹੈ ਪੂਰੇ ਗੁਰੂ ਦੇ ਕੋਲ। ਪ੍ਰਾਪਤ ਕਿਹਨਾਂ ਨੂੰ ਹੁੰਦੀ ਹੈ? ਜਿਹੜੇ ਗੁਰੂ ਦੀ ਵਿਚਾਰ ਨੂੰ ਸਮਰਪਿਤ ਹੋ ਜਾਂਦੇ ਨੇ, ਗੁਰੂ ਦੇ ਉਪਦੇਸ਼ ਨੂੰ ਸਮਰਪਿਤ ਹੋ ਜਾਂਦੇ ਨੇ, ਸਤਿਗੁਰ ਸੇਵਾ ਲੱਗਿਆਂ ਗੁਰੂ ਦੇ ਦੱਸੇ ਮਾਰਗ ਤੇ ਚੱਲਦੇ ਨੇ, ਗੁਰੂ ਦੇ ਹੁਕਮ ਨੂੰ ਮੰਨਣ ਦੀ ਸੇਵਾ ਕਰਦੇ ਨੇ। ਕੱਢ ਰਤਨ ਦੇਵੈ ਪ੍ਰਗਾਸ਼, ਗੁਰੂ ਉਹਨਾਂ ਨੂੰ ਇਹ ਨਾਮ ਰੂਪੀ ਰਤਨ ਦੇ ਦਿੰਦਾ ਹੈ, ਹਿਰਦੇ ਵਿੱਚੋਂ ਪ੍ਰਗਟ ਕਰਵਾ ਦਿੰਦਾ ਹੈ, ਤੇ ਸਾਰਾ ਜੀਵਨ ਜਿਹੜਾ ਵਿਵੇਕ ਦੀ ਰੌਸ਼ਨੀ ਨਾਲ ਰੁਸ਼ਨਾ ਉੱਠਦਾ ਹੈ। ਕੱਢ ਰਤਨ ਦੇਵੈ ਪ੍ਰਗਾਸ਼। ਹਜ਼ੂਰ ਦਾ ਜਦੋਂ ਪਾਵਨ ਬਚਨ ਆਪਾਂ ਹਜ਼ੂਰ ਜੀ ਦੀ ਬਾਣੀ ਦੇ ਵਿੱਚੋਂ, ਗੁਰੂ ਅਮਰਦਾਸ ਮਹਾਰਾਜ ਜੀ ਦੀ
ਆਨੰਦ ਸਾਹਿਬ ਜੀ ਦੀ ਪਾਵਨ ਬਾਣੀ ਚੋਂ ਪੜ੍ਹਦੇ ਹਾਂ, ਉੱਥੇ ਸਤਿਗੁਰੂ ਮਨ ਨੂੰ ਸੰਬੋਧਨ ਕਰਦੇ ਹਾਂ। ਵੱਖ-ਵੱਖ ਤਰੀਕਿਆਂ ਨਾਲ ਆਨੰਦ ਸਾਹਿਬ ਜੀ ਦੀ ਬਾਣੀ ਨੂੰ ਹੀ ਅਗਰ ਅਸੀਂ ਧਿਆਨ ਦੇ ਨਾਲ ਪੜ੍ਹੀਏ ਤਾਂ ਸਾਨੂੰ ਸਮਝ ਆਏਗੀ ਮਹਾਰਾਜ ਨੇ ਕਿਤੇ ਐਸਾ ਲਫ਼ਜ਼ ਵਰਤਿਆ, ਇਹ ਮਨ ਮੇਰਿਆ, ਕਿਤੇ ਇਹ ਗੱਲ ਆਖੀ ਹੈ ਮਨ ਚੰਚਲਾ, ਕਿਤੇ ਆਖਿਆ ਇਹ ਮਨ ਪਿਆਰਿਆ। ਵੱਖ-ਵੱਖ ਢੰਗਾਂ ਨਾਲ ਮਨ ਦੀ ਵੱਖਰੀ-ਵੱਖਰੀ ਅਵਸਥਾ ਨੂੰ ਗੁਰੂਦੇਵ ਸੰਬੋਧਿਤ ਹੋਏ ਨੇ। ਜਿਹੋ ਜਿਹੀ ਮਨ ਦੀ ਅਵਸਥਾ ਵੇਖੀ, ਜਿਹੋ ਜਿਹਾ ਮਨ ਦਾ ਉਤਰਾਅ ਚੜ੍ਹਾਅ ਸਤਿਗੁਰੂ ਸੱਚੇ ਪਾਤਸ਼ਾਹ ਵੇਖਦੇ ਨੇ, ਉਸੇ ਢੰਗ ਨਾਲ ਮਨ ਨੂੰ ਸੰਬੋਧਿਤ ਹੁੰਦੇ ਨੇ, ਮਨ ਨੂੰ ਪ੍ਰੇਰਨਾ ਕਰਦੇ ਨੇ। ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਵਿੱਚ ਕਈ ਥਾਈਂ ਬੜੀ ਪਿਆਰੀ ਤਾੜਨਾ ਵੀ ਮਨ ਨੂੰ ਕੀਤੀ ਗਈ। ਮਨ ਖੁਟਹਰ ਤੇਰਾ ਨਹੀਂ ਵਿਸਾਸ, ਤੂੰ ਮਹਾ ਉਦਮਾਦਾ। ਕਿਤੇ ਹਜ਼ੂਰ ਆਖਦੇ ਮਨ ਕਰਹਲਾ ਪਰਦੇਸੀਆ, ਵਿਚਾਰ ਦੇਖ ਸੰਭਾਲ। ਤਰੀਕੇ ਹਨ ਮਨ ਨੂੰ ਹਰ ਪਾਸੇ ਤੋਂ ਪ੍ਰੇਰਨਾ ਕਰਨ ਦੇ। ਖੈਰ ਹਜ਼ੂਰ ਕਹਿੰਦੇ ਇਹ ਮਨ ਪਿਆਰਿਆ, ਤੂੰ ਸਦਾ ਸੱਚ ਸੰਭਾਲੇ। ਸੱਚ ਦਾ ਅਰਥ ਹੈ ਜੋ ਕਾਇਮ ਰਹਿੰਦਾ। ਸੱਚ ਦੀ ਪਰਿਭਾਸ਼ਾ ਇਹ ਹੈ ਜੋ ਪਹਿਲਾਂ ਵੀ ਸੀ, ਅੱਜ ਵੀ ਹੈ, ਆਉਣ ਵਾਲੇ ਸਮੇਂ ਵਿੱਚ ਵੀ ਰਹੇਗਾ, ਜੋ ਸਦੀਵ ਹੈ, ਜਿਹਦੇ ਵਿੱਚ ਪਰਿਵਰਤਨ ਨਹੀਂ, ਜਿਹਦੇ ਵਿੱਚ ਤਬਦੀਲੀ ਨਹੀਂ, ਜਿਹੜਾ ਸਮੇਂ ਦੇ ਹਿਸਾਬ ਨਾਲ ਬਦਲਦਾ ਨਹੀਂ ਤੇ ਖਤਮ ਨਹੀਂ ਹੁੰਦਾ, ਉਹ ਸੱਚ ਹੈ। ਜਿਹੜੀ ਚੀਜ਼ ਸਮੇਂ ਦੇ ਹਿਸਾਬ ਨਾਲ ਬਦਲ ਜਾਏ, ਉਹਦੇ ਵਿੱਚ ਫਰਕ ਪੈ ਜਾਏ, ਤਬਦੀਲੀ ਆ ਜਾਏ, ਪਰਿਵਰਤਨ ਆ ਜਾਏ ਜਾਂ ਖਤਮ ਹੋ ਜਾਏ, ਉਸ ਚੀਜ਼ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਕੂੜ ਆਖਦੀ ਹੈ, ਨਾਸ਼ਵੰਤ ਆਖਦੀ ਹੈ। ਇਸੇ ਕਰਕੇ ਹਜ਼ੂਰ ਨੇ ਸੱਚ ਦੀ ਪਰਿਭਾਸ਼ਾ ਐਸੀ ਦਿੱਤੀ ਹੈ, ਆਦ ਸੱਚ, ਜੁਗਾਦ ਸੱਚ, ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਅਗਰ ਕੁਝ ਰਹੇਗਾ ਸਦੀਵ ਕਾਲ ਤਾਂ ਉਹ ਸੱਚ ਹੈ, ਨਿਰੰਕਾਰ ਵਾਹਿਗੁਰੂ ਹੈ। तो सच जो है वो सदीवी है, हर वेले, हर घड़ी, हर समय, हर हालात विच वो कायम रहिंदा है, उहदे उत्ते कोई फर्क नहीं पैंदा। कूड़ बदलदा है, झूठ बदलदा है, बार बार उसनूं बदलण दी लोड़ पैंदी है। वो जदों अपने आप नूं खत्म हुंदा महसूस करदा है, तदों कोई ना कोई नवें ढंग नाल प्रगट हुंदा है। सतगुरु सच्चे पातशाह जी आखदे ने, ये मन प्यारिया तू सदा सच संभाले। हे मेरे प्यारे मन, तू सदा ही सच की संभाल कर, सच नाल जुड़िया रहो, सच रूपी दौलत नूं इकट्ठिया कर, और केवल एक दिन नहीं जां एक घड़ी नहीं, सदा। लफज महाराज ने वरते सदा सच संभाले, एक जां दो बार नहीं, सदा ही सच की संभाल करनी है। हे मेरे प्यारे मन, जे तू सच रूपी दौलत की सदा संभाल करनी सीख गया ਤਾਂ तेरी सांझ, तेरा जोड़, तेरा संबंध उस निरंकार वाहिगुरू नाल पै जाएगा, जे तू सच की संभाल कर गया। ते अगली पंक्ति विच महाराज ने आख्या, कहन लगे, ए कुटुंब तू जे देखदा चलै नाही तेरा नाले। पर तेरे सच नूं संभाल करन दे विच एक रुकावट आ खलोंदी है, वो है कुटुंब। कुटुंब दा अर्थ है परिवार। परिवार का भाव आम संसारी पद्धर ते कीता जांदा है, अपने परिवार दे घर दे मैंबर, माता पिता, भैन भरा, दोस्त मित्र, पत्नी, बच्चे, होर रिश्तेदारियां, इन्हां नूं परिवार च गिण लिया जांदा है। पर जदों आपां धन गुरु ग्रंथ साहब महाराज जी की पावन बाणी नूं थोड़ा जिहा विचार दे नाल पढ़ीए ते सतगुरां ने साडे ज्ञान इंद्रियां नूं भी परिवार आख्या। सब परिवार चढ़ाया बेड़े। हुण एक मैं बेनती जरूर करा, सतगुरु ने कई थाई बाणी दे विच ऐसा जिक्र किया है कि तेरा परिवार तेरे नाल निभ नहीं सकता। इहदे दो भाव ने, एक तां इह कि तू गुनाह करदा है ते जदों उस गुनाह दी पाप दी सज़ा किसी दे मोह वस हो के भी तू गुनाह कर सकदा है। परिवार दा अर्थ है जिथे रिलेशन है, संबंध है। कई लोग परिवार विच रह के भी परिवार वाले नहीं बन सकते, ये उन्हां दी मजबूरी है। ते कई लोगों का कोई भी ना होवे तां वो परिवार पैदा कर लेंदे, उन्हां दी साँझ ऐसी बन जाती है। ये तां बंदे दी सोच ते मनुख दे जीवन दे उत्ते टिकी हुई है गल कि बंदा परिवार वाला है कि नहीं है। वैसे तो गुरु ग्रंथ साहब जी की बाणी दे विच जदों निरंकार नूं याद किया ना, उत्थे आखिया, गृहस्थन मैं तो बड़ो गृहस्थी। हे वाहिगुरू, सारियां तो वड्डा गृहस्थी तां तू है, क्योंकि गृहस्थी बंदे दा परिवार हुंदा है ते तेरा परिवार कितना वड्डा है। एक पिता
एकस के हम बारक, किड्डा वड्डा परिवार है तेरा, संसार रूपी घर है तेरा। गृहस्थी ਦੀਆਂ निशानियां की ने? परिवार हुंदा है, घर हुंदा है, ते घर भी तो तेरा है ना। ये जग सच्चे की है कोठड़ी, सच्चे का तू घर वाला भी है, परिवार वाला भी है। ते वड्डी गल यह है कि परिवार वाले ते घर वाले नूं विकास करन दी लगन हुंदी है, जिन्हों असी आम भाषा विच आखदे हां भी ये बंदा बहुत चिंता तुर है। तैनूं है चिंता? ना कर चिंत, चिंता है करते। हर देवै जल थल जनता सब तै, अचिंत दान दे प्रभ मेरा, विच पाथर कीट पखाणी है। जिन्हों हजूर बाणी च कहंदे ने, नानक चिंता मत करो, चिंता तिस ही है। तू बहुत जिम्मेवार गृहस्थी है, गैर जिम्मेवार गृहस्थी नहीं, बड़ा जिम्मेवार गृहस्थी है तू। हजूर महाराज कहंदे संसार विच वेखो कई लोग परिवार वाले हो के भी, संबंधां वाले हो के भी, रिश्तेदारियां वाले हो के भी हर वेले परिवार के माहौल तो दूर ही रहिंदे ने। परिवार का मतलब वो समझते ने भीड़ घर विच वाहवा होवे ते परिवार है, भीड़ का नाम परिवार नहीं है। एक बेनती मैं होर करां, असी जिन्ने भी बनाउंदे आ ना, बहुतियां असी बिल्डिंगां बनाउंदे आ, पत्थर जोड़ जोड़ के, ईटां जोड़ जोड़ के असी उस नूं नाम दिंदे आ घर। पर मुआफ करना, घर तो उस घर विच रहण वालियां दे जीवन विहार दे उत्ते ये गल निर्भर करती है भी घर बनिया कि नहीं बनिया। असी की बनाया? बिल्डिंग। मटीरीअल नाल बिल्डिंग ही बनाई जा सकती है, घर नहीं बनाया जा सकता। घर तो रहण वालियां दे वरतों विहार ने उन्होंने बनाउणा है। कई लोग पत्थरां दे उच्चे उच्चे महल उसार लैंदे ने, उन्होंने घर कहिंदे ने। पर फर्क केवल हुंदा है कि कई लोग खुले मैदान विच जंग लड़ते हैं, वो चार दीवारी विच जंग लड़ते हैं। फर्क केवल इन्ना है, बाहर की लड़ाई लोगों को नज़र आती है, घर की नज़र नहीं आती। इस करके भरम जिहा बनिया रहिंदा है भी बड़े चंगे, बड़ा चंगा परिवार है, बड़ी चंगी फैमिली है। पर दरअसल वो घर नहीं हुंदा, वो भी लड़न का एक मैदान ही हुंदा है। उत्थे भी उही स्वार्थ हुंदे ने, उही हौमे हुंदी है, उही अहंकार हुंदा है, उही सारा कुछ है। संबंध मन करके कोई नहीं, बस बाहरी तौर के उत्ते भी कोई किसी का पुत्र है, कोई किसी की माँ है, कोई बाप है, कोई भरा है, बच्चे ने, पत्नी है, पति है। बस एक जिहड़ा समाजिक तौर पर संबंध जुड़ गया है ना, ਉਹਦੀ कई बार बंदा शर्म ਜਿਹੀ महसूस करके इकट्ठियां रही जाता है। पर परिवार वाली गल अंदरूनी मन करके साझ कोई नहीं। ऐसा भी विहार समाज विच वापरदा है। भावें गुरु ग्रंथ साहब की बाणी ने सानू बड़ा उच्चा जीवन जीण की प्रेरणा की है भी मनुख का घर परिवार भी बड़े सोहने विहार वाला, समाज विच भी ऐसा सुख सहज हर पासे। पर यह तो गुरु की पावन बाणी नूं पढ़न, सुनन, मनन ते कमाउण दी गल है। जिहो जी जुगत गुरु साहब जीवन की दस रहे ने, वो तो ही आउणी है जे असी गुरु की बाणी नूं पढ़ लिया, सुन लिया, समझ लिया, जीवन विच धारण कर लिया। पर मैं बेनती कर रहा भी कई बार परिवार विच हुंदियां भी मनुख परिवार वाला नहीं, ते कईयां दया कोई भी ना होवे तां ओह सारे संसार नूं अपना परिवार बना लैंदे ने, क्योंकि उन्हां दे कोल जीवन जीउण दा ढंग है, उन्हां दे कोल गुण ने, उन्हां कोल धर्म है, उन्हां दे कोल वो चंगी सोच है जिहदे नाल वो बिखड़े लोकां नूं भी परिवार वांग इकट्ठियां कर लैंदे ने। गुरु नानक महाराज ने अपने परिवार विच किन्ना कुछ समा बतीत किया है। बहुता समा हजूर ने प्रचार फेरियां दे उत्ते लाया, पर किन्नी कमाल की गल है। एडा वड्डा बाग परिवार गुरु नानक महाराज इकत्र कर गए, जिहदे विच ना जातां दे बंधन, ना मजहबां दी काण, ना अमीरी ते गरीबी दा भुलेखा, ना ऊच ते नीच, चारे पैर धर्म दे चार वरण एक वरण कराया, राणा रंक बराबरी पैरी पवना जग वरताया। पर कदे कदे कमी महसूस बड़ी वड्डी पद्धर ते हुंदी है कि परिवार गुरु नानक ने जो इकत्र कीता सी ना, उहदे विच हफड़ा दफड़ी बहुत है। जिहड़ा गुरु नानक ने परिवार इकत्र किया, जिथे जात का भेद भाव ना होवे, जिथे अमीरी गरीबी का कोई फर्क ना समझिया जाए,
ਜਿੱਥੇ ਰਾਣਾ ਤੇ ਰੰਕ ਇੱਕੋ ਜਿਹੇ ਬਰਾਬਰਤਾ ਭਾਈਚਾਰੇ ਦੇ ਨਾਲ ਰਹਿਣ ਵਾਲੇ ਹੋਣ, ਜਿੱਥੇ ਹਰ ਕੋਈ ਇਹ ਮਹਿਸੂਸ ਕਰੇ ਕਿ ਏਕ ਪਿਤਾ ਏਕਸ ਕੇ ਹਮ ਬਾਰਿਕ, ਤੂੰ ਮੇਰਾ ਗੁਰ ਹਾਈ। ਐਸੀ ਭਾਵਨਾ ਵਾਲਾ ਜਿਹੜਾ ਪਰਿਵਾਰ ਗੁਰੂ ਨਾਨਕ ਮਹਾਰਾਜ ਨੇ ਬੜੀ ਮਿਹਨਤ ਬੜੀ ਮਸ਼ੱਕਤ ਦੇ ਨਾਲ ਸਿਰਜਿਆ ਹੈ ਤੇ ਸਾਨੂੰ ਸ਼ਬਦ ਦੀ ਅਗਵਾਈ ਦੇ ਦਿੱਤੀ ਹੈ ਤਾਂ ਕਿ ਪਰਿਵਾਰ ਆਪਸ ਵਿੱਚ ਜੁੜਿਆ ਰਹੇ, ਇਕੱਠਾ ਰਹੇ। ਸਾਡੀ ਹਉਮੈ ਵਾਲੀ ਸੋਚ ਨੇ, ਸਾਡੀ ਸਵਾਰਥੀ ਸੋਚ ਨੇ, ਸਾਡੀਆਂ ਆਪਣੀਆਂ ਊਣਤਾਈਆਂ ਤੇ ਕਮੀਆਂ ਨੇ ਉਸ ਪਰਿਵਾਰ ਵਿੱਚ ਥੋੜ੍ਹੀਆਂ ਥੋੜ੍ਹੀਆਂ ਦਰਾਰਾਂ ਜ਼ਰੂਰ ਪੈਦਾ ਕਰ ਦਿੱਤੀਆਂ ਨੇ। ਭਾਵੇਂ ਪਰਿਵਾਰ ਟੁੱਟ ਨਹੀਂ ਸਕਿਆ ਔਰ ਨਾ ਹੀ ਟੁੱਟਣ ਦੀ ਸੰਭਾਵਨਾ ਹੈ, ਜਿੰਨਾ ਚਿਰ ਹਜ਼ੂਰ ਜੀ ਦੇ ਪਾਵਨ ਬਚਨ ਸਾਨੂੰ ਸੇਧ ਦਿੰਦੇ ਨੇ ਤੇ ਜਿੰਨਾ ਚਿਰ ਅਸੀਂ ਗੁਰੂ ਮਹਾਰਾਜ ਦੀ ਪਾਵਨ ਬਾਣੀ ਕੋਲੋਂ ਸੇਧ ਲੈ ਰਹੇ ਹਾਂ। ਪਰ ਇਹ ਤਾਂ ਮਹਿਸੂਸ ਕੀਤਾ ਹੀ ਜਾ ਸਕਦਾ ਹੈ ਨਾ ਕਿ ਸਾਡੇ ਸੁਭਾਅ ਨੇ ਇਸ ਪਰਿਵਾਰ ਦੇ ਵਿੱਚ ਫਿੱਕਾਪਨ ਜ਼ਰੂਰ ਲੈ ਆਉਂਦਾ ਹੈ। ਇਸ ਰਿਸ਼ਤੇ ਦੇ ਵਿੱਚ ਕਿਧਰੇ ਨਾ ਕਿਧਰੇ ਮਨ ਮੁਟਾਵ ਜ਼ਰੂਰ ਪੈਦਾ ਕਰ ਦਿੱਤਾ, ਜੋ ਇੱਕ ਸੰਬੰਧ ਗੁਰੂ ਨੇ ਸਿੱਖ ਦਾ ਸਿੱਖ ਨਾਲ ਪੈਦਾ ਕੀਤਾ ਹੈ। ਜਦੋਂ ਅਸੀਂ ਆਪਣੇ ਪੁਰਾਣੇ ਬਜ਼ੁਰਗਾਂ ਦੇ ਜੀਵਨ ਨੂੰ ਪੜ੍ਹਦੇ ਹਾਂ ਤਾਂ ਉਸ ਜਗ੍ਹਾ ਤੇ ਸਾਡੇ ਇਤਿਹਾਸਕ ਗ੍ਰੰਥਾਂ ਦੇ ਵਿੱਚ, ਜੋ ਕਿ ਬਹੁਤੇ ਕਵਿਤਾ ਵਿੱਚ ਹੀ ਲਿਖੇ ਗਏ, ਉਹਨਾਂ ਵਿੱਚ ਲਿਖਿਆ ਹੈ ਕਿ ਸਿੱਖ ਜਿਹੜਾ ਹੈ ਉਹ ਸਿੱਖ ਦੇ ਨਾਲ ਇਸ ਤਰ੍ਹਾਂ ਦਾ ਵਰਤੋਂ ਵਿਹਾਰ ਕਰਦਾ ਕਿ ਹਰ ਇਕੱਲੇ ਸਿੱਖ ਨੂੰ ਇਹ ਤਾਂਘ ਹੁੰਦੀ ਕਿ ਉਹ ਦੂਜੇ ਸਿੱਖ ਨੂੰ ਮਿਲੇ, ਤੇ ਸਿੱਖ ਨੂੰ ਮਿਲਣਾ ਉਹਦੇ ਵਾਸਤੇ ਇਵੇਂ ਦਾ ਹੁੰਦਾ ਸੀ ਜਿਵੇਂ ਸੁੱਕੀ ਸੜੀ ਖੇਤੀ ਜਿਹੜੀ ਹੈ ਉਹ ਮੀਂਹ ਪੈਣ ਦੇ ਨਾਲ ਹਰੀ ਭਰੀ ਹੋ ਜਾਏ। ਉਹਨੂੰ ਖੁਸ਼ੀ ਹੁੰਦੀ ਕਿ ਮੇਰਾ ਗੁਰ ਭਾਈ, ਮੇਰਾ ਗੁਰਮਤਿ ਦੇ ਮਾਰਗ ਦਾ ਹਮ ਸਫ਼ਰ ਕੋਈ ਗੁਰਸਿੱਖ ਮਿਲਿਆ, ਕੋਈ ਗੁਰੂ ਕਾ ਪਿਆਰਾ ਮਿਲਿਆ, ਕੋਈ ਸਿੱਖ ਮਿਲਿਆ। ਬੜੇ ਉੱਤਮ ਬਚਨ ਜਿਹੜੇ ਨੇ ਸਾਡੇ ਇਤਿਹਾਸਕਾਰਾਂ ਨੇ ਲਿਖੇ, ਕਾਮ ਪਰਤਤਾ ਜੋ ਕਛ ਕਬਹੀ, ਵੀ ਇੱਕ ਨੂੰ ਕੋਈ ਕਾਰਜ ਪੈਂਦਾ ਤਾਂ ਦੂਜਾ ਉਹਦੀ ਮਦਦ ਕਰਦਾ। ਸੇਵਾ, ਇਹਨੂੰ ਸੇਵਾ ਮੰਨਿਆ ਜਾਂਦਾ ਸੀ। ਅੱਜ ਸੇਵਾ ਮੁਆਫ ਕਰਨਾ, ਮੈਨੂੰ ਕਹਿਣ ਵਿੱਚ ਖਿਚਕਿਚਾਹਟ ਵੀ ਹੁੰਦੀ ਹੈ ਵੀ ਅਸੀਂ ਬਹੁਤਿਆਂ ਨੇ ਸੇਵਾ ਜਿਹੜੀ ਹੈ ਨਾ ਪੱਥਰਾਂ ਤੇ ਮੱਥੇ ਰਗੜਨ ਨੂੰ ਹੀ ਸੇਵਾ ਬਣਾ ਲਿਆ, ਕਿਸੇ ਦੀ ਮਦਦ ਕਰਨ ਨੂੰ ਸੇਵਾ ਨਹੀਂ ਬਣਾਇਆ। ਔਰ ਸਾਡੀ ਕੌਮ ਦੇ ਧਾਰਮਿਕ ਅਥਵਾ ਰਾਜਨੀਤਿਕ ਦੋਵੇਂ ਤਰ੍ਹਾਂ ਦੇ ਆਗੂ ਹੀ ਜਿਹੜੇ ਨੇ ਸਾਨੂੰ ਕਈ ਦਹਾਕਿਆਂ ਤੋਂ ਬਲੈਕਮੇਲ ਹੀ ਕਰਦੇ ਆ ਰਹੇ ਨੇ ਸੇਵਾ ਦੇ ਨਾਂ ਦੇ ਉੱਤੇ। ਕਿਉਂਕਿ ਸਿੱਖ ਸਮਾਜ ਦੀ ਤੁਸੀਂ ਹਾਲਤ ਜੇਕਰ ਵੇਖੋਗੇ ਤਾਂ ਉਸ ਜਗ੍ਹਾ ਤੇ ਮਹਿਸੂਸ ਕਰੋਗੇ ਕਿ ਸਾਡੀ ਸੇਵਾ ਹੋ ਕਿੱਥੇ ਰਹੀ ਹੈ। ਜੇ ਅਸੀਂ ਥੋੜ੍ਹਾ ਜਿਹਾ ਧਿਆਨ ਨਾਲ ਵੇਖਾਂਗੇ, ਸਾਡੇ ਲੋਕਾਂ ਦੀ ਪੜ੍ਹਨ ਦੀ ਦਰ ਕਿੰਨੀ ਹੈ, ਸਾਡੇ ਆਪਣੇ ਇਲਾਜ ਵਾਸਤੇ ਕਿੱਡੇ ਕੁ ਵੱਡੇ ਸਾਧਨ ਜਿਹੜੇ ਨੇ ਸਾਡੇ ਧਾਰਮਿਕ ਆਗੂ ਪੈਦਾ ਕਰ ਸਕੇ ਨੇ। ਸਾਡੇ ਆਪਣੇ ਸਮਾਜ ਵਿੱਚ ਵੇਖੋ, ਲੜਾਈਆਂ ਅਸੀਂ ਲੜਦੇ ਹਾਂ ਸਚਾਈ ਤੇ ਨਿਆਂ ਵਾਸਤੇ, ਇਮਾਨਦਾਰੀ ਵਾਸਤੇ। ਕੀ ਇਹ ਸੱਚ ਨਹੀਂ ਕਿ ਸਾਡੇ ਆਗੂਆਂ ਦੀ ਕਮੀ ਕਾਰਨ ਜਦੋਂ ਅਸੀਂ ਪਛੜ ਜਾਂਦੇ ਹਾਂ ਕਿਸੇ ਕਾਰਨ, ਤਾਂ ਸਾਨੂੰ ਉਹਨਾਂ ਲੋਕਾਂ ਅੱਗੇ ਹੀ ਹੱਥ ਅੱਡਣੇ ਪੈਂਦੇ ਨੇ ਜਿਨ੍ਹਾਂ ਨਾਲ ਅਸੀਂ ਕਦੇ ਲੜਾਈ ਲੜੀ ਹੁੰਦੀ ਹੈ। ਸੱਚ ਹੈ ਨਾ ਇਹ? ਕਿਉਂ? ਅਸੀਂ ਸੇਵਾ ਕੀਤੀ ਕਿੱਥੇ, ਸੋਚਣ ਵਾਲੀ ਗੱਲ ਹੈ। ਸਾਡੀ ਸੇਵਾ ਨੇ ਬਹੁਤ ਵੱਡੇ ਵੱਡੇ ਮਹਿਲ ਖੜੇ ਕੀਤੇ ਨੇ, ਪਰ ਸਿੱਖ ਸਮਾਜ ਦੇ ਅੰਦਰ ਆਈਆਂ ਹੋਈਆਂ ਕਮੀਆਂ ਨੂੰ ਦੂਰ ਨਾ ਕਰ ਸਕੀ ਸਾਡੀ ਸੇਵਾ। ਕਿਉਂਕਿ ਅਸੀਂ ਸੇਵਾ ਕੀਤੀ ਪਰ ਅੱਖਾਂ ਮੀਟ ਕੇ ਕੀਤੀ। ਜਿਹੜੇ ਖਜ਼ਾਨੇ ਪਹਿਲਾਂ ਹੀ ਭਰੇ ਸਨ ਉਹਨਾਂ ਨੂੰ ਭਰਦੇ ਗਏ, ਹੋਰ ਭਰਦੇ ਗਏ। ਤੇ ਸਾਡੀ ਸੇਵਾ ਨੇ ਪਤਾ ਅੱਜ ਪੈਦਾ ਕੀ ਕੀਤਾ? ਜੇ ਸਭ ਤੋਂ ਵੱਡੀ ਜੇ ਅਸੀਂ ਵੇਖਣੀ ਹੋਵੇ ਵੀ ਕਿਹੜੀ ਮੁਸੀਬਤ ਪੈਦਾ ਕਰ ਲਈ ਹੈ ਅਸੀਂ, ਉਹ ਹੈ ਡੇਰੇ। ਸਭ ਤੋਂ ਵੱਡੀ ਮੁਸੀਬਤ ਸਾਡੀ ਧਨ ਨੇ, ਦੌਲਤ ਨੇ, ਸਾਡੀ ਅੰਧ ਸ਼ਰਧਾ ਨੇ ਪੈਦਾ ਕਰ ਦਿੱਤੇ ਨੇ। ਖੈਰ, ਉਹ ਸਮਾਂ ਸੀ ਜਦੋਂ ਸਿੱਖ ਦੂਜੇ ਸਿੱਖ ਦੀ ਮਦਦ ਕਰਨ ਨੂੰ ਸੇਵਾ ਮੰਨਦਾ ਸੀ, ਔਰ ਸਿੱਖ ਸਮਾਜ ਨੇ ਇਵੇਂ ਤਰੱਕੀ ਕੀਤੀ, ਸਿੱਖ ਕੌਮ ਨੇ ਇਵੇਂ ਵਿਕਾਸ ਕੀਤਾ, ਪੜਾਅ ਵਾਰ ਪੜਾਅ। ਇਹਨੇ ਵਿਖੜੇ ਹਾਲਾਤਾਂ ਵਿੱਚ ਵੀ ਇਹ ਕੌਮ ਵਿਕਾਸ ਕਰਦੀ ਗਈ। ਇਹਦੇ ਪਿੱਛੇ ਇਹੀ ਕਾਰਨ ਸੀ ਬਈ ਸਿੱਖ ਦਾ ਸਿੱਖ ਦੇ ਨਾਲ ਜੋ ਮਾਨਸਿਕ ਸੰਬੰਧ ਤੇ ਸਾਂਝ ਸੀ ਉਹ ਗੁਰੂ ਕਰਕੇ ਬੜੀ ਪੱਕੀ ਸੀ। ਤੇ ਸਿੱਖ ਵੀ ਅੱਜ ਵਰਗੇ ਨਹੀਂ ਸਨ, ਮੜੀਆਂ ਕਬਰਾਂ ਤੇ ਐਵੇਂ ਮੱਥੇ ਰਗੜੀ ਜਾਣ ਵਾਲੇ, ਬਾਬਿਆਂ ਦੇ ਅੱਗੇ ਪਿੱਛੇ ਤੁਰੇ ਫਿਰਨ ਵਾਲੇ ਜੀ ਹਜ਼ੂਰੀਏ ਕਿਸਮ ਦੇ ਸਿੱਖ ਨਹੀਂ ਸਨ। ਉਹ ਸਿੱਖ ਸਨ ਗੁਰੂ ਦੀ ਭੈ ਭਾਵਨੀ ਵਿੱਚ ਰਹਿਣ ਵਾਲੇ, ਸ਼ਬਦ ਨਾਲ ਪ੍ਰਤੀਤ ਤੇ ਪ੍ਰੀਤ ਕਰਨ ਵਾਲੇ। ਨਾਮ ਤਰੀਕ ਸਿੱਖ ਨਹੀਂ ਸਨ। ਉਹਨਾਂ ਦੇ ਜੀਵਨ ਵਿੱਚੋਂ ਵੀ ਸਿੱਖੀ ਦੀ ਝਲਕ ਮਿਲਦੀ ਸੀ ਵੀ ਵਾਕਿਆ ਹੀ ਗੁਰੂ ਦਾ ਸਿੱਖ ਹੈ, ਵਾਕਿਆ ਗੁਰੂ ਕੀ ਬਾਣੀ ਦਾ ਇਹਦੇ ਜੀਵਨ ਵਿੱਚ ਪ੍ਰਭਾਵ ਹੈ।
ਅੱਜ ਅਸੀਂ ਜਪਜੀ ਤਾਂ ਪੜ੍ਹਦੇ ਹਾਂ, ਪਰ ਜਪਜੀ ਕੋਲੋਂ ਸਿੱਖਦੇ ਕੁਝ ਨਹੀਂ। ਸੁਖਮਨੀ ਸਾਹਿਬ ਤਾਂ ਪੜ੍ਹਦੇ ਹਾਂ, ਪਰ ਪ੍ਰਤੀਤ ਭਰੋਸਾ ਜਿਹੜਾ ਹੈ ਉਹ ਸ਼ਬਦ ਉੱਪਰ, ਸੁਖਮਨੀ ਦੀ ਪਾਵਨ ਬਾਣੀ ਉੱਪਰ ਹੈ ਨਹੀਂ। ਮੁਸ਼ਕਲ ਇਹ ਹੈ। ਇਹ ਵੱਖਰੀ ਗੱਲ ਹੈ, ਅਸੀਂ ਕਦੇ 101 ਅਖੰਡ ਪਾਠਾਂ ਦੇ ਚੱਕਰਾਂ 'ਚ ਪੈ ਗਏ, ਕਦੇ 501 ਦੇ ਵਿੱਚ ਚੱਕਰਾਂ ਦੇ ਵਿੱਚ ਪੈ ਗਏ। ਅਗਰ ਇੱਕ ਆਦਮੀ ਜਾਂ ਇੱਕ ਸੰਸਥਾ ਜਾਂ ਇੱਕ ਜਥੇਬੰਦੀ ਜਾਂ ਇੱਕ ਸੰਪਰਦਾ 51 ਅਖੰਡ ਪਾਠ ਕਰਵਾਉਂਦੀ ਹੈ ਤਾਂ ਦੂਜਾ 101 ਕਰਵਾਉਂਦਾ ਹੈ। ਇੱਕ ਰਿਕਾਰਡ ਕਾਇਮ ਕਰਨ ਦੀ ਦੌੜ ਹੈ, ਰਿਕਾਰਡ ਕਾਇਮ ਹੋ ਜਾਏ ਬਸ। ਅਸੀਂ ਕਿਹੜੇ ਰਾਹ ਦੇ ਉੱਤੇ ਤੁਰੇ ਹੋਏ? ਇਹ ਦੌੜਨ ਦਾ ਵਿਸ਼ਾ ਨਹੀਂ ਹੈ। ਇਹ ਕੀ ਹੈ? ਗੁਰੂ ਕੀ ਪਾਵਨ ਬਾਣੀ, ਜੇ ਕੋ ਖਾਵੈ ਜੇ ਕੋ ਭੁੰਚੈ। ਇਹ ਖਾਣ ਦਾ ਵਿਸ਼ਾ ਹੈ, ਇਹ ਭੁੰਚਣ ਦਾ ਵਿਸ਼ਾ ਹੈ, ਇਹ ਦੌੜਨ ਦਾ ਵਿਸ਼ਾ ਜਾਂ ਰਿਕਾਰਡ ਕਾਇਮ ਕਰਨ ਦਾ ਕੋਈ ਵਿਸ਼ਾ ਨਹੀਂ। ਤੁਸੀਂ ਸਾਰੇ ਇਤਿਹਾਸ ਵਿੱਚ ਐਸੀ ਘਟਨਾ ਨਹੀਂ ਪੜ੍ਹੋਗੇ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਇਵੇਂ ਪੜ੍ਹਿਆ ਗਿਆ ਹੋਵੇ। ਅੱਜ ਦੇ ਇਤਿਹਾਸ, ਅੱਜ ਦੇ ਇਸ ਮਾਹੌਲ ਵਿੱਚ ਹੀ ਤੁਹਾਨੂੰ ਐਸੀਆਂ ਗੱਲਾਂ ਮਿਲਣਗੀਆਂ। ਕਈ ਤਰ੍ਹਾਂ ਦੇ ਪਾਠ, ਕਈ ਕਿਸਮਾਂ ਦੇ, ਵੱਡੀਆਂ ਵੱਡੀਆਂ ਗਿਣਤੀਆਂ ਵਿੱਚ ਰਿਕਾਰਡ ਕਾਇਮ ਕਰਨ ਵਾਸਤੇ, ਐਸਾ ਤੁਹਾਨੂੰ ਸਾਰੇ ਗੁਰ ਇਤਿਹਾਸ ਵਿੱਚ ਨਹੀਂ ਮਿਲੇਗਾ, ਸਿੱਖ ਇਤਿਹਾਸ ਵਿੱਚ ਨਹੀਂ ਮਿਲੇਗਾ। ਇਹ ਅਸੀਂ ਐਸੀਆਂ ਘਾੜਤਾਂ ਪੈਦਾ ਕਰ ਲਈਆਂ। ਸਾਡੇ ਕੁਝ ਚਲਾਕ ਲੋਕਾਂ ਨੇ ਇਹੋ ਜਿਹੀਆਂ ਖੋਜਾਂ ਕੀਤੀਆਂ ਨੇ, ਇਹਦੋਂ ਪਹਿਲਾਂ ਤੁਹਾਨੂੰ ਸਾਰੇ ਇਤਿਹਾਸ ਵਿੱਚ ਕਿਧਰੇ ਐਸੀ ਗੱਲ ਨਹੀਂ ਮਿਲੇਗੀ। ਭਲਾ ਭਾਈ ਲਹਿਣਾ ਜੀ, ਜਿਨ੍ਹਾਂ ਨੇ ਭਾਈ ਜੋਧ ਖਡੂਰ ਦੇ ਰਹਿਣ ਵਾਲੇ ਇੱਕ ਸਿੱਖ ਦੇ ਕੋਲੋਂ ਸ਼ਬਦ ਸੁਣਿਆ ਤੇ ਗੁਰੂ ਸਾਹਿਬ ਜੀ ਦੇ ਨਾਲ ਸਾਂਝ ਬਣ ਗਈ, ਕੋਈ ਦੱਸ ਸਕਦਾ ਹੈ ਕਿ ਭਾਈ ਜੋਧ ਜੀ ਨੇ ਜਿਸ ਵੇਲੇ ਸ਼ਬਦ ਗਾਇਆ ਸੀ ਤਾਂ ਕਿਹੜੀ ਮਰਿਆਦਾ ਨਾਲ ਗਾਇਆ ਸੀ? ਕੋਈ ਕੁੰਭ ਨਾਰੀਅਲ ਘੜਾ ਰੱਖ ਕੇ ਗਾਇਆ ਹੋਵੇ, ਪੜ੍ਹਿਆ ਹੋਵੇ ਤਾਂ ਭਾਈ ਲਹਿਣਾ ਜੀ ਦਾ ਜੀਵਨ ਬਦਲਿਆ ਹੋਵੇ। ਕੋਈ ਅੱਜ ਦੀਆਂ ਦੱਸੀਆਂ ਜਾਂਦੀਆਂ ਮਰਿਆਦਾਵਾਂ ਦੇ ਮੁਤਾਬਕ ਮੂੰਹ ਬੰਨ੍ਹ ਕੇ ਸ਼ਬਦ ਪੜ੍ਹਿਆ ਹੋਵੇ। ਕੋਈ ਉਹਨਾਂ ਨੇ ਸੰਪਟ ਪਾਠ ਕਰਕੇ ਭਾਈ ਲਹਿਣਾ ਜੀ ਦੇ ਜੀਵਨ ਨੂੰ ਬਦਲਿਆ ਹੋਵੇ। ਕੋਈ ਉਹਨਾਂ ਨੇ ਅਤੀ ਸੰਪਟ ਪਾਠ ਕਰਕੇ, ਜਿਹੜੀਆਂ ਅੱਜ ਅਸੀਂ ਖੋਜਾਂ ਕੱਢੀਆਂ ਨੇ। ਕੀ ਕੋਈ ਦੱਸ ਸਕਦਾ ਕਿ ਭਾਈ ਲਹਿਣਾ ਜੀ ਕਿਹੜੀ ਚੀਜ਼ ਤੋਂ ਪ੍ਰਭਾਵਿਤ ਹੋ ਕੇ ਗੁਰੂ ਨਾਨਕ ਮਹਾਰਾਜ ਦੇ ਹੋ ਗਏ ਸਨ ਤੇ ਕਿਹੜੀ ਚੀਜ਼